ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ। ਤੇ ਇਹ ਵਾਲੀ ਵੀਡੀਓ ਦੇ ਵਿੱਚ ਆਪਾਂ ਕਰਨ ਲੱਗੇ ਹਾਂ +2 ਜਨਰਲ ਇੰਗਲਿਸ਼ ਦਾ ਚੈਪਟਰ ਨੰਬਰ 3 ਥਿੰਕਿੰਗ ਆਊਟ ਆਫ ਦ ਬਾਕਸ ਲਿਟਰਲ ਥਿੰਕਿੰਗ। ਇਸ ਚੈਪਟਰ ਦੇ MCQ ਟਾਈਪ ਕੁਐਸਚਨ ਸ਼ਾਰਟ ਕੁਐਸਚਨਸ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਕਵਰ ਕਰਵਾਉਂਗੀ। ਤੇ ਇਹ ਚੈਪਟਰ ਜਿਹੜਾ ਤੁਹਾਡਾ ਨਵੰਬਰ ਦਸੰਬਰ ਦੇ ਐਗਜ਼ਾਮਸ ਦੇ ਵਿੱਚ ਆਉਣਾ ਆ ਤੇ ਇਹ ਵੀਡੀਓ ਵੀ ਤੁਹਾਡੇ ਐਗਜ਼ਾਮਸ ਦੇ ਪੁਆਇੰਟ ਆਫ ਵਿਊ ਲਈ ਬਹੁਤ ਇੰਪੋਰਟੈਂਟ ਆ। ਤਾਂ ਵੀਡੀਓ ਧਿਆਨ ਨਾਲ ਦੇਖਿਓ, ਪੂਰੀ ਵੇਖਿਓ, ਵਿੱਚੋਂ ਸਕਿਪ ना करियो। तो बिना टाइम वेस्ट किए आप स्टार्ट करते हैं वीडियो। फर्स्ट क्वेश्चन आ हाउ मैनी डॉलर्स डिड थॉमस बोरो फ्रॉम द बैंक। थॉमस ने किन्ने डॉलर्स बैंक तो बोरो किए सी। तो यदा आंसर आएगा सेकंड $5000। सेकंड क्वेश्चन आ वैन डिड थॉमस गो टू द बैंक टू रिटर्न द बैंक लोन। थॉमस बैंक कदों गया सी रिटर्न वापस करन बैंक लोन नूं। ਇਹਦੇ ਵਿੱਚੋਂ ਆਪਸ਼ਨ ਨੰਬਰ 3 ਆ ਜਿਹੜਾ ਆਫਟਰ 2 ਵੀਕਸ ਉਹ ਕਰੈਕਟ ਆ। ਐਡਵਰਡ ਡੀ ਬੋਨੋ ਡੈਸ਼ ਦ ਆਰਟ ਆਫ ਥਿੰਕਿੰਗ ਪ੍ਰੋਪੇਗੇਟਿਡ ਪ੍ਰਪੋਜ਼ਡ। ਐਡਵਰਡ ਡੀ ਬੋਨੋ ਨੇ ਲਿਟਰਲ ਥਿੰਕਿੰਗ ਦੇ ਜਾਂ ਫਿਰ ਥਿੰਕਿੰਗ ਦੀ ਆਰਟ ਨੂੰ ਕੀ ਕੀਤਾ ਸੀ। ਇਹਦੇ ਵਿੱਚ ਬਲੈਂਕ ਦੇ ਵਿੱਚ ਪ੍ਰੋਪੇਗੇਟਿਡ ਆਏਗਾ, ਪ੍ਰੋਪੇਗੇਟਿਡ ਕਰੈਕਟ ਆ। ਫੋਰਥ ਕੁਐਸਚਨ ਆ ਹਾਊ ਮਚ ਅਮਾਊਂਟ ਡਿਡ ਥੋਮਸ ਆਸਕ ਐਜ਼ ਅ ਲੋਨ ਫਰੋਮ ਦ ਬੈਂਕ। ਥੋਮਸ ਨੇ ਬੈਂਕ ਤੋਂ ਕਿੰਨੀ ਅਮਾਊਂਟ ਲਈ ਸੀ ਲੋਨ ਲਈ। ਤਾਂ ਇਹਦੇ ਵਿੱਚ ਆਪਸ਼ਨ ਨੰਬਰ ਫਸਟ ਆ ਜਿਹੜਾ $5000 ਕਰੈਕਟ ਆ। ਹੂ ਵਾਜ਼ ਥੋਮਸ। ਥੋਮਸ ਕੌਣ ਸੀ। ਇਹਦਾ ਵਿੱਚੋਂ ਆਪਸ਼ਨ ਨੰਬਰ ਫਸਟ ਆ ਜਿਹੜਾ ਹੀ ਵਾਜ਼ ਅ ਮਿਲੀਨੀਅਰ ਕਰੈਕਟ ਆ। क्वेश्चन नंबर 6 आ वाई डिड थॉमस गो टू द बैंक। थॉमस बैंक क्यों गया सी। सैकेंड ऑप्शन ही वेंट टू बैंक फॉर टेकिंग अ लोन। और लोन लैन लई बैंक गया सी, करैक्ट आ। सैवंथ क्वेश्चन आ हाउ मच इंटरस्ट डिड थॉमस पे ऑन द लोन। थॉमस ने लोन ते कितना इंटरस्ट पे किया। तो ये ऑप्शन नंबर सैकेंड $15, करैक्ट। क्वेश्चन नंबर 8 आ वट डिड मनी लैंडर फैंसी। मनी लैंडर ने की फैंसी फैंसी का मतलब होंगे इच्छा कि इच्छा प्रगट की सी मनी लैंडर ने। तो ये ऑप्शन नंबर सैकेंड आ ही फैंसीड। इत्थे थोड़ी जी करैक्शन कर लो, ही फैंसीड द फार्मरस डॉटर। इत्थे फार्मरस डॉटर आएगा। उन्हें जी फार्मर की डॉटर सी। फार्मर कौन सी जिन्हों ओल्ड फार्मर सी जिन्हों मनी लैंडर ने पैसे दिते सी चैप्टर दे विच। ਤਾਂ ਉਹਦੀ ਡਾਟਰ ਆ ਜਿਹੜੀ ਉਹਦੇ ਨਾਲ ਵਿਆਹ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ ਸੀ। ਉਹਨੇ ਕਿਹਾ ਸੀ ਜੇ ਤੂੰ ਮੇਰੇ ਪੈਸੇ ਨਹੀਂ ਦੇ ਸਕਦਾ ਤਾਂ ਮੇਰਾ ਵਿਆਹ ਆਪਣੀ ਕੁੜੀ ਦੇ ਨਾਲ ਕਰਵਾ ਦੇ। ਤਾਂ ਇੱਥੇ ਹੀ ਫੈਂਸੀਡ ਦ ਫਾਰਮਰਸ ਡਾਟਰ ਆਏਗਾ। ਕੁਐਸਚਨ ਨੰਬਰ 9 ਆ ਵਟ ਡਿਡ ਐਡਵਰਡ ਡੀ ਬੋਨੋ ਪ੍ਰੋਪੇਗੇਟ। ਐਡਵਰਡ ਡੀ ਬੋਨੋ ਨੇ ਕੀ ਪ੍ਰੋਪੇਗੇਟ ਕੀਤਾ। ਪ੍ਰੋਪੇਗੇਟ ਦਾ ਮਤਲਬ ਆਪਾਂ ਇੱਥੇ ਲੈ ਸਕਦੇ ਹਾਂ ਐਡਵਰਟੀਜ਼ਮੈਂਟ, ਮਤਲਬ ਕੀ ਐਡਵਰਟਾਈਜ਼ ਕੀਤਾ ਸੀ ਉਹਨੇ। ਤੇ ਇਹਦੇ ਵਿੱਚ ਆਏਗਾ ਥਰਡ ਆਪਸ਼ਨ ਦ ਆਰਟ ਆਫ ਲਿਟਰਲ ਥਿੰਕਿੰਗ। 10th क्वेश्चन आ फॉर हाउ लॉन्ग थॉमस वॉज टू गो अवे। थॉमस ने किन्नी देर ਲਈ ਜਾਣਾ ਸੀ। ਤਾਂ ਇਹਦੇ ਵਿੱਚ ਆਪਸ਼ਨ ਨੰਬਰ ਸੈਕਿੰਡ ਆ ਜਿਹੜਾ 2 ਵੀਕਸ ਕਰੈਕਟ ਆ। 2 ਵੀਕਸ 2 ਹਫ਼ਤਿਆਂ ਲਈ ਜਾਣਾ ਸੀ ਉਹਨੇ। ਤਾਂ ਹੁਣ ਇਹ ਹੋ ਗਏ ਨੇ MCQ ਟਾਈਪ ਕੁਐਸਚਨਸ। ਹੁਣ ਆਪਾਂ ਅੱਗੇ ਕਵਰ ਕਰਾਂਗੇ ਵੈਰੀ ਸ਼ਾਰਟ ਟਾਈਪ ਕੁਐਸਚਨਸ, ਵੈਰੀ ਸ਼ਾਰਟ ਆਨਸਰ ਟਾਈਪ ਕੁਐਸਚਨਸ। ਫਸਟ ਕੁਐਸਚਨ ਆ ਵਟ ਵਾਜ਼ ਦ ਪ੍ਰਪੋਜ਼ਲ ਗਿਵਨ ਟੂ ਪੂਅਰ ਫਾਰਮਰ ਬਾਈ ਦ ਮਨੀ ਲੈਂਡਰ। ਮਨੀ ਲੈਂਡਰ ਨੇ ਪੂਅਰ ਫਾਰਮਰ ਨੂੰ ਕੀ ਪ੍ਰਪੋਜ਼ਲ ਦਿੱਤਾ ਸੀ, ਕੀ ਪ੍ਰਸਤਾਵ ਰੱਖਿਆ ਸੀ ਉਹਦੇ ਅੱਗੇ। ਇਹਦਾ ਆਨਸਰ ਆਏਗਾ ਦ ਮਨੀ ਲੈਂਡਰ ਪ੍ਰਪੋਜ਼ਲ ਵਾਜ਼ ਦੈਟ ਹੀ ਵੁੱਡ ਫੋਰਗੋ ਦ ਫਾਰਮਰਸ ਡੈਟ ਇਫ ਹੀ ਕੁਡ ਮੈਰੀ ਹਿਜ਼ ਡਾਟਰ। ਉਹਨੇ ਕਿਹਾ ਸੀ ਵੀ ਜਿੰਨਾ ਵੀ ਤੇਰੇ ਤੇ ਕਰਜ਼ਾ ਹੈ ਮੈਂ ਸਾਰਾ ਤੇਰਾ ਕਰਜ਼ਾ ਮਾਫ ਕਰ ਦਊਂਗਾ ਜੇ ਤੂੰ ਆਪਣੀ ਕੁੜੀ ਨਾਲ ਮੇਰਾ ਵਿਆਹ ਕਰਵਾ ਦਿੰਦਾ ਹੈ ਤਾਂ। ਸੈਕਿੰਡ ਕੁਐਸਚਨ ਆ what would have happened if the girl had selected a black pebble in the pebble game। ਕੀ ਹੁੰਦਾ ਜੇ ਜਿਹੜੀ ਕੁੜੀ ਸੀ ਉਹਨੇ ਬਲੈਕ ਪੈਬਲ, ਪੈਬਲ ਮਤਲਬ ਹੁੰਦਾ ਪੱਥਰ, ਜੇ ਉਹ ਕਾਲਾ ਪੱਥਰ ਸਿਲੈਕਟ ਕਰ ਲੈਂਦੀ, ਚੁਣ ਲੈਂਦੀ ਪੈਬਲ ਗੇਮ ਦੇ ਵਿੱਚ ਜਿਹੜੀ ਮਨੀ ਲੈਂਡਰ ਨੇ ਖੇਡੀ ਸੀ। ਤਾਂ ਇਹਦਾ ਆਨਸਰ ਆਏਗਾ ਇਫ ਦ ਗਰਲ ਹੈਡ ਸਿਲੈਕਟਡ ਬਲੈਕ ਪੈਬਲ ਸ਼ੀ ਵੁੱਡ ਹੈਵ ਬਿਕਮ ਮਨੀ ਲੈਂਡਰਸ ਵਾਈਫ ਐਂਡ ਹਰ ਫਾਦਰਸ ਡੈਡ ਵੁੱਡ ਹੈਵ ਬੀਨ ਰਿਟਨ ਆਫ। ਜੇ ਉਹ ਕੁੜੀ ਆ ਉਹ ਕਾਲਾ ਪੱਥਰ ਚੂਜ਼ ਕਰ ਲੈਂਦੀ, ਕਾਲਾ ਪੱਥਰ ਚੁਣ ਲੈਂਦੀ ਤਾਂ ਜਿਹੜਾ ਮਨੀ ਲੈਂਡਰ ਸੀ ਉਹਦੇ ਨਾਲ ਉਹਨੂੰ ਵਿਆਹ ਕਰਵਾਉਣਾ ਪੈਣਾ ਸੀ, ਉਹਦੀ ਪਤਨੀ ਬਣ ਜਾਂਦੀ ਤੇ ਉਹਦੇ ਜਿਹੜੇ ਪਾਪਾ ਦਾ ਕਰਜ਼ਾ ਸੀ ਉਹ ਮਾਫ ਹੋ ਜਾਂਦਾ। थर्ड क्वेश्चन आगे वट ट्रिक डिड द मनी लैंडर कनिंगली पे टू विन द गेम। मनी लैंडर ने चलाकी नाल केड़ी ट्रिक खेडी सी गेम नूं जितन लई। इन ऑर्डर टू विन द गेम द मनी लैंडर कनिंगली पुट 2 ब्लैक पैबल्स इनटू द बैग। उन्हें की किया, उन्हें दोनों दे दोनों ब्लैक पैबल काले पत्थर ही बैग दे विच सिट दिते। कोई भी चिट्टा पत्थर सफ़ेद पत्थर ब्लैक बैग दे विच नहीं पाया। क्वेश्चन नंबर 4 था
ਵਟ ਡੂ ਯੂ ਅੰਡਰਸਟੈਂਡ ਬਾਈ ਦ ਟਰਮ ਲੇਟਰਲ ਥਿੰਕਿੰਗ ਆਫਟਰ ਰੀਡਿੰਗ ਦ ਚੈਪਟਰ ਨੂੰ ਪੜ੍ਹਨ ਤੋਂ ਬਾਅਦ ਲੇਟਰਲ ਥਿੰਕਿੰਗ ਦੀ ਟਰਮ ਮਤਲਬ ਲੇਟਰਲ ਥਿੰਕਿੰਗ ਬਾਰੇ ਤੁਹਾਨੂੰ ਕੀ ਸਮਝ ਆਇਆ? ਦ ਟਰਮ ਲੇਟਰਲ ਥਿੰਕਿੰਗ ਮੀਨਸ ਕ੍ਰੀਏਟਿਵ ਥਿੰਕਿੰਗ। ਲੇਟਰਲ ਥਿੰਕਿੰਗ ਦਾ ਮਤਲਬ ਕੀ ਹੈ? ਕ੍ਰੀਏਟਿਵ ਥਿੰਕਿੰਗ, ਕਿਸੇ ਚੀਜ਼ ਨੂੰ ਕ੍ਰੀਏਟਿਵ ਵੇ ਨਾਲ ਸੋਚਣਾ। ਕੁਐਸਚਨ ਨੰਬਰ 5 ਆ, ਵਟ ਵਾਜ਼ ਐਡਵਰਡ ਡੀ ਬੋਨੋ ਨੋਸ਼ਨ ਅਬਾਊਟ ਲੇਟਰਲ ਥਿੰਕਿੰਗ। ਐਡਵਰਡ ਡੀ ਬੋਨੋ ਆ ਜਿਹੜਾ ਉਹ ਲੇਟਰਲ ਥਿੰਕਿੰਗ ਦੇ ਬਾਰੇ ਕੀ ਸੋਚਦਾ ਹੈ? ਨੋਸ਼ਨ ਮਤਲਬ ਹੁੰਦਾ ਸੋਚਣਾ, ਵਿਚਾਰ ਕਰਨਾ। ਤਾਂ ਐਡਵਰਡ ਡੀ ਬੋਨੋ ਲੇਟਰਲ ਥਿੰਕਿੰਗ ਬਾਰੇ ਕੀ ਸੋਚਦਾ ਹੈ? ਅਕੋਰਡਿੰਗ ਟੂ ਐਡਵਰਡ ਡੀ ਬੋਨੋ, ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ ਦੈਟ ਆਲ ਆਫ ਅਸ ਹੈਵ ਐਂਡ ਥਿੰਕਿੰਗ ਇਜ਼ ਅ ਸਕਿੱਲ ਟੂ ਯੂਜ਼ ਦੈਟ ਪੋਟੈਂਸ਼ੀਅਲ। ਐਡਵਰਡ ਡੀ ਬੋਨੋ ਕਹਿੰਦਾ ਹੈ ਕਿ ਇੰਟੈਲੀਜੈਂਸ ਆ ਜਿਹੜੀ ਉਹ ਇੱਕ ਇੱਦਾਂ ਦੀ ਪੋਟੈਂਸ਼ੀਅਲ ਆ। ਪੋਟੈਂਸ਼ੀਅਲ ਦਾ ਮਤਲਬ ਹੁੰਦਾ ਹੈ ਸੰਭਾਵਨਾ, ਮਤਲਬ ਕਿ ਸਾਡੀ ਬੋਡੀ ਦੇ ਵਿੱਚ ਹੈਗੀ ਆ ਇੰਟੈਲੀਜੈਂਸ, ਬਟ ਜਿਹੜੀ ਥਿੰਕਿੰਗ ਆ ਉਹ ਕੀ ਆ? ਉਹ ਇੱਕ ਸਕਿੱਲ ਆ ਕਿ ਆਪਾਂ ਉਸ ਇੰਟੈਲੀਜੈਂਸ ਨੂੰ ਕਿੱਦਾਂ ਯੂਜ਼ ਕਰਨਾ ਹੈ। ਥਿੰਕਿੰਗ ਕੀ ਆ? ਸਕਿੱਲ ਆ ਉਸ ਪੋਟੈਂਸ਼ੀਅਲ ਨੂੰ, ਉਸ ਇੰਟੈਲੀਜੈਂਸ ਨੂੰ ਯੂਜ਼ ਕਰਨ ਲਈ। ਕੁਐਸਚਨ ਨੰਬਰ 6 ਆ, ਵਾਈ ਡਿਡ ਦ ਮਿਲੀਨੀਅਰ ਨਾਟ ਰਿਵੀਲ ਦ ਫੈਕਟ ਆਫ ਹਿਜ਼ ਐਫਲੂਐਂਸ ਟੂ ਦ ਬੈਂਕ ਆਫੀਸ਼ੀਅਲਸ। ਜਿਹੜਾ ਮਿਲੀਨੀਅਰ ਸੀਗਾ ਉਹਨੇ ਜਿਹੜੇ ਬੈਂਕ ਦੇ ਆਫੀਸ਼ੀਅਲ ਸੀ, ਜਿਹੜੇ ਉੱਥੇ ਕਰਮਚਾਰੀ ਕੰਮ ਕਰਦੇ ਸੀ, ਅਧਿਕਾਰੀ ਸੀ, ਉਹਨੇ ਉਹਨਾਂ ਨੂੰ ਅਮੀਰੀ ਦੇ ਬਾਰੇ ਵੀ ਮੈਂ ਇੰਨਾ ਜ਼ਿਆਦਾ ਅਮੀਰ ਹਾਂ ਕਿਉਂ ਨਹੀਂ ਦੱਸਿਆ? If the millionaire had revealed the fact of his affluence, the bank officials must have refused to advance him a loan of ₹5,000। ਮਤਲਬ ਜੇ ਮਿਲੀਨੀਅਰ ਸੀ ਜਿਹੜਾ ਉਹ ਬੈਂਕ ਦੇ ਆਫੀਸ਼ੀਅਲਸ ਨੂੰ, ਬੈਂਕ ਦੇ ਕਰਮਚਾਰੀਆਂ ਨੂੰ, ਜਿਹੜੇ ਉੱਥੇ ਲੋਕ ਕੰਮ ਕਰਦੇ ਸੀ, ਉਹਨਾਂ ਨੂੰ ਆਪਣੀ ਅਮੀਰੀ ਬਾਰੇ ਦੱਸ ਦਿੰਦਾ ਤਾਂ ਉਹਨਾਂ ਨੇ ਉਹਨੂੰ ਬੈਂਕ ਲੋਨ ਨਹੀਂ ਦੇਣਾ ਸੀ, ਕਿਉਂਕਿ ਉਹਦੇ ਲਈ ਉਹ ਇੰਨਾ ਜ਼ਿਆਦਾ ਅਮੀਰ ਸੀ ਕਿ ਉਹਦੇ ਲਈ $5,000 ਬਹੁਤ ਜ਼ਿਆਦਾ ਘੱਟ ਸੀਗੇ। ਉਹਨਾਂ ਨੇ ਉਹਨੂੰ ਲੋਨ ਨਹੀਂ ਦੇਣਾ ਸੀ, ਇਸ ਲਈ ਉਹਨੇ ਆਪਣੀ ਅਮੀਰੀ ਬਾਰੇ ਉਹਨਾਂ ਨੂੰ ਨਹੀਂ ਦੱਸਿਆ। 7th ਕੁਐਸਚਨ ਆ, why was a loan officer amazed to know that Thomas has borrowed a loan for the $5,000? ਇੱਕ ਲੋਨ ਆਫਿਸਰ ਸੀ ਜਿਹਨੂੰ ਪਤਾ ਸੀ ਕਿ ਉਹ ਕਿੰਨਾ ਜ਼ਿਆਦਾ ਰਿਚ ਹੈ, ਬਹੁਤ ਜ਼ਿਆਦਾ ਅਮੀਰ ਹੈ, ਤਾਂ ਉਸ ਨੂੰ ਝਟਕਾ ਕਿਉਂ ਲੱਗਿਆ? ਉਹ ਕਿਉਂ ਹੈਰਾਨ ਹੋ ਗਿਆ ਜਦ ਉਹਨੂੰ ਪਤਾ ਲੱਗਿਆ ਕਿ ਉਹਨੇ $5,000 ਦਾ ਲੋਨ ਲਿਆ ਹੈ? ਦ ਲੋਨ ਆਫਿਸਰ ਵਾਜ਼ ਅਮੇਜ਼ਡ ਵਾਈ ਅ ਵੈਲਦੀ ਪਰਸਨ ਲਾਈਕ ਥੋਮਸ ਨੀਡਿਡ ਟੂ ਬੋਰੋ $5,000। ਉਹ ਇਸ ਗੱਲ ਤੋਂ ਹੈਰਾਨ ਸੀ ਕਿ ਥੋਮਸ ਵਰਗਾ ਇੰਨਾ ਅਮੀਰ ਬੰਦਾ, ਥੋਮਸ ਵਰਗਾ ਇੰਨਾ ਅਮੀਰ ਬੰਦੇ ਨੂੰ $5,000 ਦੀ ਕੀ ਲੋੜ ਪੈ ਗਈ? ਤਾਂ ਇਹ ਹੋ ਗਏ ਨੇ ਆਪਣੇ ਸ਼ਾਰਟ ਕੁਐਸਚਨਸ। ਹੁਣ 1 ਵਰਡ ਕੁਐਸਚਨਸ ਨੇ, ਉਹ ਆਪਾਂ ਕਵਰ ਕਰਾਂਗੇ। ਵਟ ਮਿਸਫੋਰਚੂਨ ਡਿਡ ਦ ਫਾਰਮਰ ਹੈਵ? ਫਾਰਮਰ ਦੀ ਕਿਹੜੀ ਬਦਕਿਸਮਤੀ ਸੀ? ਮਿਸਫੋਰਚੂਨ ਹੁੰਦਾ ਬਦਕਿਸਮਤੀ। ਹੀ ਹੈਡ ਦ ਮਿਸਫੋਰਚੂਨ ਆਫ ਓਇੰਗ ਅ ਲਾਰਜ ਸਮ ਆਫ ਮਨੀ ਟੂ ਅ ਵਿਲੇਜ ਮਨੀ ਲੈਂਡਰ। ਉਹਦੀ ਬਦਕਿਸਮਤੀ ਸੀ ਕਿ ਉਹਨੇ ਬਹੁਤ ਜ਼ਿਆਦਾ ਅਮਾਊਂਟ 'ਤੇ ਮਤਲਬ ਬਹੁਤ ਜ਼ਿਆਦਾ ਕਰਜ਼ਾ ਇੱਕ ਮਨੀ ਲੈਂਡਰ ਤੋਂ ਲੈ ਲਿਆ ਸੀ। 2nd ਕੁਐਸਚਨ ਆ, ਵਟ ਡਿਡ ਦ ਮਨੀ ਲੈਂਡਰ ਫੈਂਸੀ? ਮਨੀ ਲੈਂਡਰ ਨੇ ਕੀ ਇੱਛਾ ਪ੍ਰਗਟ ਕੀਤੀ ਸੀ? ਹੀ ਫੈਂਸੀਡ ਦ ਫਾਰਮਰਸ ਬਿਊਟੀਫੁਲ ਡਾਟਰ। ਉਹਨੇ ਉਹਦੀ ਪੁੱਤਰੀ ਦੀ ਇੱਛਾ ਪ੍ਰਗਟ ਕੀਤੀ ਸੀ ਕਿ ਮੈਂ ਤੇਰੀ ਬੇਟੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਵਟ ਡਿਡ ਦ ਮਨੀ ਲੈਂਡਰ ਪ੍ਰਪੋਜ਼ ਟੂ ਦ ਫਾਰਮਰ? ਮਨੀ ਲੈਂਡਰ ਨੇ ਫਾਰਮਰ ਅੱਗੇ ਕੀ ਪ੍ਰਸਤਾਵ ਰੱਖਿਆ? The money lender proposed to the farmer that he would forgo his debt if he could marry the farmer's daughter। ਉਹਨੇ ਕਿਹਾ ਵੀ ਉਹ ਉਹਦਾ ਕਰਜ਼ਾ ਮਾਫ ਕਰ ਦੇਗਾ ਜੇ ਉਹ ਉਹਦੀ ਕੁੜੀ ਨਾਲ ਉਹਦਾ ਵਿਆਹ ਕਰਵਾ ਦੇਵੇ। ਕੁਐਸਚਨ ਨੰਬਰ 4 ਆ, how did the farmer and his daughter take the money lender's proposal? ਫਾਰਮਰ ਤੇ ਫਾਰਮਰ ਦੀ ਡਾਟਰ ਨੇ, ਉਹਦੀ ਬੇਟੀ ਨੇ ਕਿੱਦਾਂ ਮਨੀ ਲੈਂਡਰ ਦੇ ਪ੍ਰਪੋਜ਼ਲ ਨੂੰ ਲਿਆ? they were horrified by the proposal। ਉਹ ਦੋਨੋਂ ਜਾਣੇ ਸੀ ਜਿਹੜੇ ਉਹ ਪ੍ਰਪੋਜ਼ਲ ਤੋਂ ਡਰ ਗਏ ਸੀ। ਕੁਐਸਚਨ ਨੰਬਰ 5 ਆ, ਵਟ ਡਿਡ ਦ ਮਨੀ ਲੈਂਡਰ ਸੁਜੈਸਟ ਟੂ ਪੁੱਟ ਇਨਟੂ ਐਨ ਐਮਪਟੀ ਮਨੀ ਬੈਗ? ਮਨੀ ਲੈਂਡਰ ਨੇ ਕੀ ਮਨੀ ਬੈਗ ਦੇ ਵਿੱਚ ਪਾਉਣ ਲਈ ਕਿਹਾ ਸੀ? ਹੀ ਸੁਜੈਸਟਡ ਦੈਟ ਹੀ ਪੁੱਟ ਅ ਬਲੈਕ ਪੈਬਲ ਐਂਡ ਵਾਈਟ ਪੈਬਲ ਇਨਟੂ ਦ ਐਮਪਟੀ ਮਨੀ ਬੈਗ। ਉਹਨੇ ਕਿਹਾ ਕਿ ਉਹ ਇੱਕ ਸਫੇਦ ਪੱਥਰ ਅਤੇ ਇੱਕ ਕਾਲਾ ਪੱਥਰ ਮਨੀ ਬੈਗ ਦੇ ਵਿੱਚ ਪਾ ਦੇਵੇਗਾ। ਕੁਐਸਚਨ ਨੰਬਰ 6 ਆ, ਵਟ ਵੁੱਡ ਹੈਪਨ ਇਫ ਦ ਗਰਲ ਪਿਕ ਦ ਵਾਈਟ ਪੈਬਲ? ਜੇ ਕੁੜੀ ਆ ਜਿਹੜੀ ਉਹ ਵਾਈਟ ਪੈਬਲ ਸਫੇਦ ਪੱਥਰ ਚੱਕ ਲੈਂਦੀ ਤਾਂ ਕੀ ਹੁੰਦਾ? ਇਫ ਦ ਗਰਲ ਪਿਕ ਦ ਵਾਈਟ ਪੈਬਲ ਸ਼ੀ ਨੀਡ ਨਾਟ ਟੂ ਮੈਰੀ ਮਨੀ ਲੈਂਡਰ ਐਂਡ ਹਰ ਫਾਦਰਸ ਡੈਟ ਵੁੱਡ ਸਟਿਲ ਬੀ ਰਿਟਰਨ ਆਫ। ਉਹਨੇ ਕੀ ਕਰਨਾ ਸੀ? ਉਹਨੂੰ ਵਿਆਹ ਕਰਵਾਉਣ ਦੀ ਲੋੜ ਨਹੀਂ ਸੀ ਪੈਣੀ ਮਨੀ ਲੈਂਡਰ ਦੇ ਨਾਲ, ਅਤੇ ਉਹਦੇ ਪਿਤਾ ਜੀ ਦਾ ਕਰਜ਼ਾ ਵੀ ਮਾਫ ਹੋ ਜਾਣਾ ਸੀ। 7th ਕੁਐਸਚਨ ਆ, ਵਟ ਵੁੱਡ ਹੈਪਨ ਇਫ ਦ ਫਾਰਮਰਸ ਡਾਟਰ ਰਿਫਿਊਜ਼ ਟੂ ਮੈਰੀ ਦ ਮਨੀ ਲੈਂਡਰ? ਕੀ ਹੁੰਦਾ ਜੇ ਫਾਰਮਰ ਦੀ ਬੇਟੀ ਆ ਜਿਹੜੀ ਉਹਦੀ ਕੁੜੀ ਸੀ ਫਾਰਮਰ ਦੀ, ਉਹ ਮਨੀ ਲੈਂਡਰ ਦੇ
ਆਰਡਰ ਨੂੰ ਮਤਲਬ ਕਿ ਮਨੀ ਲੈਂਡਰ ਦਾ ਜਿਹੜਾ ਆਫਰ ਸੀਗਾ ਉਹਨੂੰ ਰਿਫਿਊਜ਼ ਕਰਨ ਲਈ ਮਨਾ ਕਰ ਦਿੰਦੀ, ਉਹਦੇ ਨਾਲ ਵਿਆਹ ਕਰਵਾਉਣ ਲਈ ਮਨਾ ਕਰ ਦਿੰਦੀ। ਇਨ ਕੇਸ ਹਰ ਫਾਦਰ ਵੁੱਡ ਬੀ ਥਰੋਨ ਟੂ ਜੇਲ, ਉਹਨੇ ਕਰਜ਼ਾ ਲਿਆ ਹੋਇਆ ਸੀਗਾ, ਜੇ ਉਹ ਇੱਦਾਂ ਕਰਦੀ ਮਨਾ ਕਰ ਦਿੰਦੀ ਵਿਆਹ ਕਰਵਾਉਣ ਤੋਂ ਤਾਂ ਉਹਦੇ ਪਿਤਾ ਜੀ ਨੂੰ ਜੇਲ੍ਹ ਜਾਣਾ ਪੈ ਜਾਣਾ ਸੀ। ਕੁਐਸਚਨ ਨੰਬਰ 8 ਆ, ਵਟ ਡਿਡ ਦ ਫਾਰਮਰਸ ਡਾਟਰ ਨੋਟਿਸ ਦ ਮਨੀ ਲੈਂਡਰ ਪੁੱਟ ਇਨ ਟੂ ਬੈਗ। ਜਦ ਮਨੀ ਲੈਂਡਰ ਜਿਹੜਾ ਬੈਗ ਦੇ ਵਿੱਚ ਪੱਥਰ ਪਾ ਰਿਹਾ ਸੀ ਤਾਂ ਫਾਰਮਰ ਦੀ ਡਾਟਰ ਨੇ ਕੀ ਨੋਟਿਸ ਕੀਤਾ ਸੀ? ਸ਼ੀ ਨੋਟਿਸ ਦੈਟ ਦ ਮਨੀ ਲੈਂਡਰ ਹੈਡ ਪਿਕ 2 ਬਲੈਕ ਪੈਬਲਸ ਐਂਡ ਪੁੱਟ ਦੈਮ ਇਨਟੂ ਦ ਮਨੀ ਬੈਗ। ਉਹਨੇ ਦੇਖਿਆ ਕਿ ਜਿਹੜਾ ਮਨੀ ਲੈਂਡਰ ਸੀ ਉਹਨੇ 2 ਕਾਲੇ ਪੱਥਰ ਹੀ ਬੈਗ ਦੇ ਵਿੱਚ ਸੁੱਟ ਦਿੱਤੇ ਸੀ, ਚਿੱਟਾ ਪੱਥਰ ਨਹੀਂ ਸੀ ਸਿੱਟਿਆ। ਕੁਐਸਚਨ ਨੰਬਰ 9 ਆ, ਹਾਊ ਕੁਡ ਦ ਗਰਲ ਹੈਵ ਐਕਸਪੋਜ਼ ਦ ਮਨੀ ਲੈਂਡਰ ਐਜ਼ ਅ ਚੀਟ। ਮਨੀ ਲੈਂਡਰ ਗਰਲ ਨੇ ਕਿੱਦਾਂ ਚੀਟਰ ਐਕਸਪੋਜ਼ ਕੀਤਾ, ਮਤਲਬ ਕਿ ਉਹਨੇ ਕਿੱਦਾਂ ਦਿਖਾਇਆ ਕਿ ਜਿਹੜਾ ਮਨੀ ਲੈਂਡਰ ਹੈ ਉਹ ਇੱਕ ਚੀਟਰ ਹੈ। ਸ਼ੀ ਕੁਡ ਹੈਵ ਐਕਸਪੋਜ਼ ਦ ਮਨੀ ਲੈਂਡਰ ਬਾਈ ਸ਼ੋਇੰਗ ਦੈਟ ਦੇਅਰ ਵਰ 2 ਬਲੈਕ ਪੈਬਲ ਇਨ ਦ ਬੈਗ। ਉਹਨੇ ਇਹ ਦਿਖਾਤਾ, ਇਹ ਪ੍ਰੂਫ ਕਰਤਾ ਕਿ ਜਿਹੜਾ ਬੈਗ ਸੀਗਾ ਉਹਦੇ ਵਿੱਚ 2 ਬਲੈਕ ਪੈਬਲ ਸੀਗੇ। ਵਟ ਡਿਡ ਦ ਗਰਲ ਡੂ ਵੈਨ ਦ ਪੈਬਲ ਚੂਜ਼ਨ ਬਾਈ ਹਰ। ਕੁੜੀ ਨੇ ਕੀ ਕੀਤਾ ਜਦ ਉਹਨੇ ਪੈਬਲ ਚੂਜ਼ ਕਰਨੇ ਸੀ? Without looking at it, she let it fall. It was immediately lost among other pebbles. ਉਹਨੇ ਕੀ ਕੀਤਾ, ਬੈਗ ਦੇ ਵੱਲ ਨਹੀਂ ਦੇਖਿਆ ਤੇ ਬੈਗ ਨੂੰ ਥੱਲੇ ਸਿੱਟ ਦਿੱਤਾ। ਥੱਲੇ ਹੋਰ ਵੀ ਬਹੁਤ ਸਾਰੇ ਪੱਥਰ ਪਏ ਸੀਗੇ ਤੇ ਜਿਹੜੇ ਬੈਗ ਦੇ ਵਿੱਚ ਪੱਥਰ ਸੀ ਉਹ ਥੱਲੇ ਗਿਰ ਗਏ, ਜਿਹਦੇ ਕਰਕੇ ਕੀ ਹੋਇਆ ਕਿ ਜਿਹੜੇ ਬੈਗ ਦੇ ਵਿੱਚ ਪੱਥਰ ਸੀਗੇ ਉਹ ਥੱਲੇ ਗਿਰੇ ਹੋਏ ਪੱਥਰਾਂ ਨਾਲ ਮਿਕਸ ਹੋ ਗਏ। ਵਟ ਡਜ਼ ਦ ਸਟੋਰੀ ਆਫ ਦ ਫਾਰਮਰ ਐਂਡ ਮਨੀ ਲੈਂਡਰ ਟੀਚ ਅਸ। ਇਹ ਸਟੋਰੀ ਜਿਹੜੀ ਫਾਰਮਰ ਅਤੇ ਮਨੀ ਲੈਂਡਰ ਦੀ ਹੈ ਇਹਨੇ ਸਾਨੂੰ ਕੀ ਸਿਖਾਇਆ? ਇਟ ਟੀਚਿਸ ਅਸ ਟੂ ਥਿੰਕ ਆਊਟ ਆਫ ਦ ਬਾਕਸ ਔਰ ਥਿੰਕ ਲੇਟਰਲੀ। ਇਹਨੇ ਸਿਖਾਇਆ ਕਿ ਸਾਨੂੰ ਆਊਟ ਆਫ ਦ ਬਾਕਸ ਮਤਲਬ ਅਲੱਗ ਤਰੀਕੇ ਨਾਲ, ਕ੍ਰੀਏਟਿਵ ਤਰੀਕੇ ਨਾਲ ਵੀ ਸੋਚਣਾ ਚਾਹੀਦਾ ਹੈ। ਵਟ ਇਜ਼ ਲੇਟਰਲ ਥਿੰਕਿੰਗ। ਲੇਟਰਲ ਥਿੰਕਿੰਗ ਕੀ ਹੈ? ਲੇਟਰਲ ਥਿੰਕਿੰਗ ਇਜ਼ ਕ੍ਰੀਏਟਿਵ ਥਿੰਕਿੰਗ। ਲੇਟਰਲ ਥਿੰਕਿੰਗ ਅਲੱਗ ਤਰੀਕੇ ਨਾਲ ਸੋਚਣਾ ਹੈ, ਥਿੰਕਿੰਗ ਆਊਟ ਆਫ ਦ ਬਾਕਸ ਹੈ। Who propagated the art of lateral thinking? Edward D. Bono. What is the relationship between intelligence and thinking? Intelligence ਤੇ thinking ਦੇ ਵਿੱਚ ਕੀ relationship ਹੈ? Intelligence is a potential that all of us have and thinking is skill to use that potential. ਇੰਟੈਲੀਜੈਂਸ ਇੱਕ ਇਹੋ ਜਿਹਾ ਪੋਟੈਂਸ਼ੀਅਲ ਹੈ, ਇਹੋ ਜਿਹੀ ਸੰਭਾਵਨਾ ਹੈ ਜਿਹੜੀ ਸਾਡੇ ਸਾਰਿਆਂ ਦੇ ਵਿੱਚ ਹੈਗੀ ਹੈ, ਅਤੇ ਥਿੰਕਿੰਗ ਕੀ ਹੈ? ਉਸ ਪੋਟੈਂਸ਼ੀਅਲ ਨੂੰ, ਉਸ ਇੰਟੈਲੀਜੈਂਸ ਨੂੰ ਯੂਜ਼ ਕਰਨ ਦੀ ਸਕਿੱਲ। 15th ਕੁਐਸਚਨ ਆ, ਹੂ ਵਾਜ਼ ਥੋਮਸ, ਵਾਈ ਡਿਡ ਹੀ ਗੋ ਟੂ ਬੈਂਕ। ਥੋਮਸ ਕੌਣ ਹੈ ਅਤੇ ਉਹ ਬੈਂਕ ਕਿਉਂ ਗਿਆ? ਥੋਮਸ ਵਾਜ਼ ਅ ਮਿਲੀਨੀਅਰ, ਹੀ ਵੈਂਟ ਟੂ ਬੈਂਕ ਫॉर ਟੇਕਿੰਗ ਅ ਲੋਨ। ਉਹ ਗਿਆ ਸੀ ਟੂ ਟੇਕ ਅ ਲੋਨ, ਬੈਂਕ ਲੈਣ ਲੋਨ। ਹਾਊ ਮਚ ਮਨੀ ਡਿਡ ਥੋਮਸ ਨੀਡ ਟੂ ਬੋਰੋ ਫਰੋਮ ਦ ਬੈਂਕ। ਥੋਮਸ ਨੇ ਕਿੰਨੀ ਮਨੀ ਬੈਂਕ ਤੋਂ ਲਈ, ਕਿੰਨੀ ਮਨੀ ਬੋਰੋ ਕੀਤੀ? ਹੀ ਨੀਡਿਡ ਟੂ ਬੋਰੋ ₹5000 ਫਰੋਮ ਦ ਬੈਂਕ। $5000 ਉਹਨੇ ਬੈਂਕ ਤੋਂ ਬੋਰੋ ਕੀਤੇ ਲਏ ਸੀ। ਵਟ ਸਿਕਿਉਰਿਟੀ ਦਿਸ Thomas gave to bank on the behalf to the bank for the loan. What security did Thomas give to the bank for the loan? Loan ਲਈ Thomas ਨੇ ਕੀ ਸਿਕਿਉਰਿਟੀ ਦਿੱਤੀ ਸੀ ਬੈਂਕ ਦੇ ਵਿੱਚ? Thomas gave his shiny new Ferrari car as security for the loan. ਉਹਨੇ ਕੀ ਕਿਹਾ ਕਿ ਤੁਸੀਂ ਮੇਰੀ ਬ੍ਰੈਂਡ ਨਿਊ ਫਰਾਰੀ ਕਾਰ ਹੈ ਜਿਹੜੀ ਉਹ ਸਿਕਿਉਰਿਟੀ ਦੇ ਰੂਪ ਵਿੱਚ ਲੈ ਲਓ। 18th ਕੁਐਸਚਨ ਆ, ਵੇਅਰ ਡਿਡ ਦ ਬੈਂਕ ਇੰਪਲੋਏ ਪਾਰਕ ਥੋਮਸ ਫਰਾਰੀ। ਥੋਮਸ ਦੀ ਜਿਹੜੀ ਫਰਾਰੀ ਸੀ ਉਹ ਬੈਂਕ ਇੰਪਲੋਏ ਨੇ ਕਿੱਥੇ ਪਾਰਕ ਕੀਤੀ? ਦ ਬੈਂਕ ਇੰਪਲੋਏ ਪਾਰਕ ਦ ਫਰਾਰੀ ਇਨ ਦ ਬੈਂਕਸ ਅੰਡਰਗਰਾਊਂਡ ਗੈਰੇਜ। ਬੈਂਕ ਦੇ ਥੱਲੇ ਅੰਡਰਗਰਾਊਂਡ ਗੈਰੇਜ ਬਣਿਆ ਹੋਇਆ ਸੀ, ਉਹਦੇ ਵਿੱਚ ਉਹਨਾਂ ਨੇ ਉਹਦੀ ਫਰਾਰੀ ਨੂੰ ਪਾਰਕ ਕੀਤਾ ਸੀ। 19 ਕੁਐਸਚਨ ਆ, ਵੈਨ ਡਿਡ ਥੋਮਸ ਗੋ ਟੂ ਦ ਬੈਂਕ ਟੂ ਰਿਟਰਨ ਦ ਬੈਂਕ ਲੋਨ। ਥੋਮਸ ਨੇ ਬੈਂਕ ਲੋਨ ਵਾਪਸ ਕਰਨ ਲਈ ਬੈਂਕ ਕਦੋਂ ਜਾਣਾ ਸੀ? ਹੀ ਵੈਂਟ ਟੂ ਦ ਬੈਂਕ ਆਫਟਰ 2 ਵੀਕਸ, 2 ਹਫ਼ਤਿਆਂ ਬਾਅਦ। ਹਾਊ ਮਚ ਇੰਟਰਸਟ ਡਿਡ ਥੋਮਸ ਪੇ ਫॉर ਦ ਲੋਨ। ਕਿੰਨਾ ਇੰਟਰਸਟ ਪੇ ਕੀਤਾ ਸੀ, ਕਿੰਨਾ ਵਿਆਜ ਦਿੱਤਾ ਸੀ ਥੋਮਸ ਨੇ ਲੋਨ ਲਈ? $15। ਉਹਨੇ $15 ਦੇ ਅਰਾਊਂਡ $15 ਦੇ ਨੇੜੇ ਤੇੜੇ ਵਿਆਜ ਦਿੱਤਾ ਸੀ। ਹੂ ਇੰਟਰੋਡਿਊਸ ਡੇ ਨਾਈਟ ਮੈਚਿਸ ਇਨ ਕ੍ਰਿਕਟ। ਕਿੰਨੇ ਡੇ ਨਾਈਟ ਮੈਚਿਸ ਕ੍ਰਿਕਟ ਦੇ ਵਿੱਚ ਇੰਟਰੋਡਿਊਸ ਕੀਤੇ ਸੀ, ਲਿਆਏ ਸੀਗੇ? ਇਟ ਵਾਜ਼ ਕੈਰੀ ਪੈਕਰ ਹੂ ਇੰਟਰੋਡਿਊਸ ਦੀਸ ਮੈਚਿਸ। ਕੈਰੀ ਪੈਕਰ ਦਾ ਨਾਮ ਦਾ ਬੰਦਾ ਸੀ ਜਿਹਨੇ ਇਹ ਮੈਚਿਸ ਇੰਟਰੋਡਿਊਸ ਕਰਵਾਏ ਸੀ ਕ੍ਰਿਕਟ ਦੇ ਵਿੱਚ। ਵਟ ਡਿਡ ਆਸਟ੍ਰੇਲੀਆ ਐਕਸਪੈਰੀਮੈਂਟ ਵਿਦ ਦ ਕ੍ਰਿਕਟ। ਆਸਟ੍ਰੇਲੀਆ ਐਕਸਪੈਰੀਮੈਂਟਡ ਵਿਦ 2 ਡਿਫਰੈਂਟ ਕੈਪਟਨਸ ਫॉर ਦ ਟੈਸਟ ਐਂਡ ਵਨ ਡੇ ਮੈਚ। ਆਸਟ੍ਰੇਲੀਆ ਨੇ ਕੀ ਐਕਸਪੈਰੀਮੈਂਟ ਕੀਤਾ ਸੀ ਕਿ ਉਹਨੇ ਟੈਸਟ ਮੈਚਿਸ ਲਈ ਅਤੇ ਵਨ ਡੇ ਮੈਚਿਸ ਲਈ ਅਲੱਗ-ਅਲੱਗ ਕੈਪਟਨਸ ਰੱਖ ਦਿੱਤੇ ਸੀ। ਕੁਐਸਚਨ ਨੰਬਰ 23 ਆ, ਵਟ ਹੈਜ਼ ਬਿਕਮ ਅ ਰੇਜ ਇਨ ਦ ਕ੍ਰਿਕਟ ਨਾਓ ਡੇਜ਼। ਰੇਜ ਦਾ ਮਤਲਬ ਕੀ ਹੁੰਦਾ? ਰੇਜ ਦਾ ਮਤਲਬ ਹੁੰਦਾ ਹੈ ਫੈਸ਼ਨ, ਪੋਪੂਲੈਰਿਟੀ। ਵੀ ਅੱਜ ਕੱਲ੍ਹ ਕ੍ਰਿਕਟ ਦੇ ਵਿੱਚ ਕੀ ਪੋਪੂਲਰ ਆ, ਕਿਸ ਚੀਜ਼ ਦਾ ਫੈਸ਼ਨ ਆ?
ਨਾਊਅਡੇਜ਼ T20 ਮੈਚਸ ਹੈਵ ਬਿਕਮ ਅ ਰੇਜ। ਕ੍ਰਿਕਟ ਦੇ ਵਿੱਚ ਅੱਜ ਕੱਲ੍ਹ ਜਿਹੜੇ T20 ਮੈਚਸ ਨੇ ਉਹ ਜ਼ਿਆਦਾ ਪੋਪੂਲਰ ਨੇ, ਉਹਨਾਂ ਦਾ ਹੀ ਫੈਸ਼ਨ ਹੈ। ਕੁਐਸਚਨ ਨੰਬਰ 24 ਆ, ਵਟ ਅਕੋਰਡਿੰਗ ਟੂ ਐਡਵਰਡ ਡੀ ਬੋਨੋ ਇਜ਼ ਲੇਟਰਲ ਥਿੰਕਿੰਗ ਕੰਸਰਨਡ ਵਿਦ। ਐਡਵਰਡ ਡੀ ਬੋਨੋ ਦੇ ਅਕੋਰਡਿੰਗ ਲੇਟਰਲ ਥਿੰਕਿੰਗ ਕਿਹਦੇ ਨਾਲ ਕੰਸਰਨਡ ਆ, ਕਿਹਦੇ ਨਾਲ ਜੁੜੀ ਹੋਈ ਆ, ਕਿਹਦੇ ਨਾਲ ਜੁੜੀ ਹੋਈ ਆ? ਇਟ ਇਜ਼ ਕੰਸਰਨਡ ਵਿਦ ਦ ਪਰਸੈਪਸ਼ਨ ਪਾਰਟ ਆਫ ਥਿੰਕਿੰਗ। ਇਹ ਜੁੜੀ ਹੋਈ ਹੈ ਥਿੰਕਿੰਗ ਨੂੰ ਅਲੱਗ ਢੰਗ ਨਾਲ ਸੋਚਣ ਦੇ ਨਾਲ, ਮਤਲਬ ਕਿ ਜਦ ਆਪਾਂ ਸੋਚਦੇ ਹਾਂ ਅਲੱਗ ਢੰਗ ਨਾਲ, ਉਹਨੂੰ ਲੇਟਰਲ ਥਿੰਕਿੰਗ ਕਿਹਾ ਜਾਂਦਾ ਹੈ, ਉਸ ਦੇ ਨਾਲ ਉਹਨੂੰ ਜੋੜਿਆ ਜਾਂਦਾ ਹੈ। ਤਾਂ ਇਹ ਜਿਹੜੇ ਕੁਐਸਚਨਸ ਨੇ ਇਹ ਹੋ ਗਏ ਨੇ ਆਪਣੇ ਚੈਪਟਰ ਨੰਬਰ 3 ਥਿੰਕਿੰਗ ਆਊਟ ਆਫ ਦ ਬਾਕਸ ਲੇਟਰਲ ਥਿੰਕਿੰਗ ਦੇ ਸਾਰੇ ਇੰਪੋਰਟੈਂਟ MCQ ਕੁਐਸਚਨਸ, ਇੰਪੋਰਟੈਂਟ ਸ਼ਾਰਟ ਕੁਐਸਚਨਸ। ਜੇ ਤੁਸੀਂ ਫਸਟ 2 ਚੈਪਟਰਸ ਦੇ ਹਸਨ ਅਟੈਂਡੈਂਸ ਪ੍ਰੋਬਲਮ ਅਤੇ ਮਾਰਕਿੰਗ ਵਾਲੇ ਦੇ ਵੀ ਤੁਹਾਨੂੰ ਸ਼ਾਰਟ ਕੁਐਸਚਨ ਆਨਸਰਸ MCQ ਇੰਪੋਰਟੈਂਟ ਵਾਲੇ ਚਾਹੀਦੇ ਨੇ ਤਾਂ ਉਹਨਾਂ ਦਾ ਲਿੰਕ ਵੀ ਮੈਂ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ, ਤੁਸੀਂ ਉਹ ਵੀਡੀਓ ਜਾ ਕੇ ਦੇਖ ਸਕਦੇ ਹੋ। ਤੁਹਾਨੂੰ ਜੇ ਮੇਰੀ ਆਹ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਤੁਸੀਂ ਮੇਰੀ ਨੈਕਸਟ ਅਪਡੇਟ ਦੇ ਨਾਲ ਜੁੜੇ ਰਹੋ। ਥੈਂਕ ਯੂ ਗਾਇਜ਼ ਫॉर ਵਾਚਿੰਗ ਮਾਈ ਵੀਡੀਓ।